देखो अपनी SGPC की गल करिए तो जिड्डी अपनी सरमौर संस्था आ गई 10 अरब का बजट है जी वो तो कर की रहे हैं वो तो आपदे घर पर रहे आप एक रौला पा सकते हैं कि साडे पंथ नूं ऐ करता जी ईसाई बनाई जाते हैं जी डेरे वाला लई फिरदा जी पर एक्चुअल च आप ग्राउंड वर्क की कर रहे हैं वो कहते जी तुसीं ईसाई धर्म अपना लो फ्री च बच्चा पढ़ा लो तो तुसीं मैनूं आप दसो भी फिर आप पिटण जोगे जिवें महाराजा रणजीत सिंह जी ने कहा सी भी एक गुरुद्वारा खोलोगे नाल एक स्कूल भी खोलो वो उन्हां दा जिहड़ा वो सिस्टम है आपां नूं लागू करना चाहिए वो कहता जी मैं फलानी टकसाल दा वो कहता मैं फलानी जथेबंदी दा आपां तां अपने चौधर पुणे च ही मर गए जे आपां एज ए देखो असी आपां कौमी इंसाफ मोर्चे च बड़े लंबे टाइम तो बैठे हैं 26 जनवरी नूं घट्टो घट्ट 2 ਲੱਖ बंदे दा इकट्ठ सीगा पर उस दिन आपां गुरु साहब दा स्वरूप नाल लैके नहीं गए जो कोई भी तुहानूं पता भी लड़ाई हुंदी उत्थे अजनाले भी देख लो जे उत्थे कोई गोली चल जाती उत्थे किहने खड़ना सी ते उस तो बाद गुरु ग्रंथ साहब दा स्वरूप उत्थे कल्ला रह जाता तो उस तो बाद उन्होंने किहने संभालना सी असी गुरु साहब तो अरदास करके जाने पर असी स्वरूप नाल लैके नहीं जाना चाहिए क्यों नहीं लेना चाहिए क्योंकि आपां नूं गुरु साहब की जिहड़ी रहत मर्यादा गुरु साहब का जिहड़ा अपने वास्ते जिहड़ा वैल्यू है इंपॉर्टेंस है वो हर एक बंदे वास्ते वो चीज़ नहीं है आपां इत्थे मोर्चा लाया बेअदबी दे इंसाफ लई ते जे आपां ही बेअदबी कराती तो फिर तुसीं मैनूं एक दसो अपने मोर्चे तो किन्ने लोग आउणगे ਆਪਾਂ ਨੂੰ ਤਾਂ ਕਹਿਣਗੇ ਤੁਸੀਂ ਵੱਡੇ ਗੁਰੂ ਦੇ ਬਣੇ ਫਿਰਦੇ ਹੋ ਰਖਵਾਲੇ ਤੇ ਤੁਸੀਂ ਤੇ ਆਪ ਦੇ ਬੇਅਦਬੀ ਕਰਾਤੀ ਤਾਂ ਕੱਲ੍ਹ ਨੂੰ ਕੋਈ ਵੀ ਸਿੱਖ ਜਥੇਬੰਦੀ ਚਾਹੇ ਉਹ ਕਾਮਰੇਡ ਜਥੇਬੰਦੀ ਹੈ ਕੋਈ ਵੀ ਜਥੇਬੰਦੀ ਕੱਲ੍ਹ ਨੂੰ ਤਾਂ ਫਿਰ ਕੋਈ ਵੀ ਲੈ ਕੇ ਜਾ ਸਕਦਾ ਹਮਾਰੇ ਉਹੀ ਤਾਂ ਗੱਲ ਕਰ ਰਹੇ ਨਾ ਬਾਈ ਜੀ ਆਪ ਮੁਹਾਰੇ ਨਹੀਂ ਚੱਲਣਾ ਚਾਹੀਦਾ ਨਾ ਜੀ ਉਹਨੇ ਕਿਹਾ ਵੀ ਮੈਂ ਗੁਰਸਿੱਖ ਹਾਂ ਮੈਂ ਕਿਵੇਂ ਬਸ਼ਾਰਾਂ ਚਲਾ ਦਾਂ ਮਹਾਰਾਜ ਦੇ ਸਰੂਪ ਤੇ ਕਿਵੇਂ ਅਸੀਂ ਉੱਥੇ ਆਸੂ ਗੈਸ ਦੇ ਗੋਲੇ ਚਲਾ ਦਈਏ ਤਾਂ ਇਹ ਚੀਜ਼ ਆਪਾਂ ਨੂੰ ਵੀ ਸਮਝਣਾ ਚਾਹੀਦਾ ਦੇਖੋ ਆਪਾਂ ਹਰੇਕ ਚੀਜ਼ ਆਪਦੇ ਤਰੀਕੇ ਨਾਲ ਚਲਾਉਂਦੇ ਆ ਆਪਦੇ ਹਿਸਾਬ ਨਾਲ ਮੋਲਡ ਕਰਦੇ ਆ ਅੱਜ ਜਿਹੜੀ ਲੜਾਈ ਹੈ ਭਾਈ ਸਾਹਿਬ ਅੱਜ ਗੁਰੂ ਸਾਹਿਬ ਦੇ ਟਾਈਮ ਲੜਾਈ ਹੁੰਦੀ ਸੀ ਸ਼ਸਤਰਾਂ ਨਾਲ ਅੱਜ ਲੜਾਈ ਹੈ ਵਿਚਾਰਧਾਰਾ ਆਪਣੀਆਂ ਕੋਈ ਭਗਵੰਤ ਮਾਨ ਨਾਲ ਕੋਈ ਜ਼ਮੀਨ ਦਾ ਰੌਲਾ ਥੋੜੀ ਹੈ ਜਾਂ ਆਪਣਾ ਕੋਈ ਮੋਦੀ ਨਾਲ ਜ਼ਮੀਨ ਦਾ ਰੌਲਾ ਥੋੜੀ ਹੈ ਜਾਂ ਬਾਦਲਾਂ ਨਾਲ ਕੋਈ ਆਪਣਾ ਜ਼ਮੀਨ ਦਾ ਰੌਲਾ ਥੋੜੀ ਹੈ ਆਪਣੀ ਵਿਚਾਰਧਾਰਾ ਦੀ ਲੜਾਈ ਹੈ ਤੁਸੀਂ ਇੱਥੇ ਮਾੜਾ ਜਿਹਾ ਹਿੰਸਕ ਕਰ ਦਿਓ ਬਾਈ ਜੀ ਮਿੰਟ 'ਚ ਖਿਲਾਰ ਦੇਣਗੇ ਕੀ ਕਰ ਲਓਗੇ ਦੱਸੋ ਅਗਲਿਆਂ ਕੋਲੇ ਲਾਇਸੈਂਸ ਵੀ ਅਗਲਿਆਂ ਕੋਲੇ ਹਥਿਆਰ ਵੀ ਹੈ ਗੋਲੀਆਂ ਚਲਾਉਣ ਲੱਗੇ ਮਿੰਟ ਮਾਰਨਗੇ ਆਪਣੇ ਕੋਲੇ ਦੱਸੋ ਕੀ ਹੈ ਤਾਂ ਉਹਨਾਂ ਵੱਲੋਂ ਇਹ ਵੀ ਤਰਕ ਦਿੱਤਾ ਜਾ ਰਿਹਾ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਵੱਲੋਂ ਕਿ ਜੰਗ ਜੁੱਧਾ ਹੁੰਦੇ ਰਹੇ ਪਹਿਲਾਂ ਉਸ ਟਾਈਮ ਵੀ ਮਹਾਰਾਜ ਦੇ ਸਰੂਪ ਨਾਲ ਲੈ ਕੇ ਜਾਂਦੇ ਰਹੇ ਦੇਖੋ ਭਾਈ ਜੀ ਕਿਹੜੇ ਕਿੱਥੇ ਲਿਖਿਆ ਹੋਇਆ ਦੱਸੋ ਮਹਾਰਾਜ ਦੇ ਸਰੂਪ ਜਿਹੜੇ ਜੰਗ ਦੇ ਵਿੱਚ ਲਿਜਾਂਦੇ ਰਹੇ ਮਹਾਰਾਜ ਦਾ ਸਰੂਪ ਉੱਥੇ ਲਿਜਾਇਆ ਜਾਂਦਾ ਸੀ ਜਿੱਥੇ ਡੇਰੇ ਬਣਾਏ ਜਾਂਦੇ ਸੀ ਅਰਥ ਕਰਨਾ ਮੈਂ ਆਪਦੇ ਹਿਸਾਬ ਨਾਲ ਮੈਨੂੰ ਕੌਣ ਰੋਕ ਸਕਦਾ ਮੇਰੀ ਥਿੰਕਿੰਗ ਹੈ ਮੇਰਾ ਸਭ ਕੁਛ ਹੈ ਮੈਂ ਕਹਿਣਾ ਹੀ ਹੈ गुरु साहब ने जफरनामा लिखा सी किड्डी वड्डी कलम की ताकत बख्शी है गुरु साहब ने आपां तां भुल्ले बैठे आपां तां कहने झटका दिओ तेग कल्ली तेग की पावर थोड़ी अपने कोले जाप साहब की ताकत है किड्डी वड्डी संगत पहुंची हुई सी उन्हां चों किन्ने बंदियां ने यह चीज़ का सवाल चुक्या होना नहीं चुक्या होना क्योंकि अपनी सब तो वड्डी रौला पता की है आपां उस बंदे पिछे लग जाने जिहड़ा आपां नूं लगदा भी पंथ वास्ते कुछ कर सकदा ਹੁਣ ਆਪਾਂ ਮੋਦੀ ਦੇ ਅੰਧੇ ਭਗਤ ਕਹਿੰਦੇ ਆ ਵੀ ਅੰਧ ਭਗਤ ਹੈ ਤੇ ਆਪਣੇ ਕਿਹੜਾ ਹੈ ਨਹੀਂ ਇੱਥੇ ਜੇ ਆਪਾਂ ਇਕੱਲਾ ਇਹ ਕਹੀਏ ਵੀ ਗੁਰੂ ਸਾਹਿਬ ਨੇ ਜੰਗਾਂ ਲੜੀਆਂ ਤੇ ਗੁਰੂ ਸਾਹਿਬ ਨੇ ਕੁਰਬਾਨੀ ਵੀ ਕੀਤੀ ਹੈ ਜਦੋਂ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਗੁਰੂ ਸਾਹਿਬ ਨੇ ਕਿਹਾ ਇਨ ਪੁੱਤਰਨ ਕੇ ਸ਼ੀਸ਼ ਪੇ ਵਾਰ ਦੀਏ ਪੁੱਤ ਚਾਰ ਮੋਏ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ ਆਪਾਂ ਉਹਨਾਂ ਚੀਜ਼ਾਂ ਨੂੰ ਤਾਂ ਸਮਝਦੇ ਨਹੀਂ ਆਪਾਂ ਤਾਂ ਕਹਿੰਦੇ ਸਾਡੇ ਝਰੀਟ ਵੱਜ ਗਈ ਤਾਂ ਗੁਰੂ ਸਾਹਿਬ ਨੇ ਕਿਹਾ ਚੱਕ ਦੋ ਹਾਲ ਹੀ ਦੇ ਵਿੱਚ ਅਜਨਾਲੇ ਵਿੱਚ ਘਟਨਾ ਵਾਪਰੀ ਸੀ ਘਟਨਾ ਦੇ ਦੌਰਾਨ ਜਿਹੜੇ ਆ ਦੋ ਪੱਖ ਬਣੇ ਇੱਕ ਪੱਖ ਜਿਹੜਾ ਆ ਪੁਲਿਸ ਪ੍ਰਸ਼ਾਸਨ ਦਾ ਦੇਖਿਆ ਗਿਆ ਜਿਸ ਵਿੱਚ ਗੁਰੂ ਮਹਾਰਾਜ ਦੇ ਅਦਬ ਸਤਿਕਾਰ ਲਈ ਉਹਨਾਂ ਨੇ ਅੱਗੇ ਜਿਹੜੇ ਆ ਉਹ ਬੈਰੀਕੇਡ ਖੋਲ੍ਹ ਦਿੱਤੇ ਗਏ ਸੀਗੇ ਤੇ ਦੂਸਰਾ ਇੱਕ ਪੱਖ ਇਹ ਵੀ ਦੇਖਿਆ ਗਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਮਹਾਰਾਜ ਦੇ ਸਰੂਪ ਲਿਜਾਏ ਗਏ ਹੁਣ ਉਸ ਪੱਖ ਦੇ ਉੱਤੇ ਲਗਾਤਾਰ ਜਿਹੜੀਆਂ ਦੁਬਿਧਾਵਾਂ ਬਣੀਆਂ ਹੋਈਆਂ ਨੇ ਲਗਾਤਾਰ ਸਿੱਖ ਪ੍ਰਚਾਰਕ ਜਾਂ ਵਿਰੋਧੀ ਜਥੇਬੰਦੀਆਂ ਵਾਲੇ ਜਾਂ ਵਿਰੋਧੀ ਆਪਾਂ ਕਹਿ ਸਕਦੇ ਪੋਲੀਟੀਕਲ ਪਾਰਟੀਆਂ ਵਾਲੇ ਜਿਹੜੇ ਉੱਤੇ ਤੰਜ ਕੱਸਦੇ ਹੋਏ ਨਜ਼ਰ ਆਉਂਦੇ ਨੇ ਪਰ ਨੌਜਵਾਨ ਅੱਜ ਕੱਲ੍ਹ ਦੇ ਕੀ ਸੋਚਦੇ ਨੇ ਸਾਡੇ ਨਾਲ ਉਹ ਨੌਜਵਾਨ ਜੁੜਿਆ ਗੁਰਮੀਤ ਸਿੰਘ ਗੁਰੀ ਜਿਸ ਵੀਰ ਉੱਤੇ 22 ਪਰਚੇ ਜਿਹੜੇ ਹੋਏ ਸੀ ਕਿਸਾਨੀ ਅੰਦੋਲਨ ਦੇ ਦੌਰਾਨ ਸੋ ਕੀ ਸੋਚਦੇ ਨੇ ਬਾਈ ਜੀ ਹੁਣੀ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਸਭ ਤੋਂ ਪਹਿਲਾਂ ਤਾਂ ਜਿਸ ਤਰ੍ਹਾਂ ਤੁਹਾਨੂੰ ਦੇਖ ਰਹੇ ਹਾਂ ਕਿ ਤੁਸੀਂ ਹੌਲੀ ਹੌਲੀ ਸਿੱਖੀ ਸਰੂਪ 'ਚ ਆ ਰਹੇ ਹੋ ਭਾਈ ਅੰਮ੍ਰਿਤਪਾਲ ਸਿੰਘ ਹੁਣੀ ਆ ਕੇ ਵੀ ਇੱਥੇ ਅੰਮ੍ਰਿਤ ਛਕਾਉਣ ਦੀ ਇੱਕ ਪਿਰਤ ਪਾਈ ਜਾਂ ਨੌਜਵਾਨਾਂ ਨੂੰ ਉਸ ਵੱਲ ਤੋਰਿਆ ਸਭ ਤੋਂ ਪਹਿਲਾਂ ਤਾਂ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ देखो कोई भी कौम की गल करता है गुरु साहब अमृत छकाउण की गल करता नशे छुड़ाउण की गल करता तो बिल्कुल बहुत वधिया मुहिम है हरेक देखो अपनी SGPC की गल करिए तो
ਜਿੱਡੀ ਆਪਣੀ ਸਰਮੌਰ ਸੰਸਥਾ ਗਈ 10 ਅਰਬ ਦਾ ਬਜਟ ਹੈ ਜੀ ਉਹਦਾ, ਤੇ ਕਰ ਕੀ ਰਹੇ ਆ? ਉਹ ਤਾਂ ਆਪਦੇ ਘਰ ਭਰ ਰਹੇ ਆ। ਕਿਹੜੇ ਮੈਨੂੰ ਇੱਕ ਦੱਸੋ, ਕਿਹੜੇ ਸਕੂਲ ਦੇ ਵਿੱਚ, ਕਿਹੜੇ ਕਾਲਜ ਦੇ ਵਿੱਚ, ਕਿਹੜੇ ਹਸਪਤਾਲ ਦੇ ਵਿੱਚ ਜਿਹੜਾ ਆਮ ਸਿੱਖ, ਜਿਹੜਾ ਗਰੀਬ ਸਿੱਖ ਆਪਣੇ ਪੂਰੇ ਪੰਜਾਬ ਦੇ ਵਿੱਚ ਆ ਉਹਦਾ ਇਲਾਜ ਹੁੰਦਾ ਹੋਵੇ ਜਾਂ ਉਹਦੇ ਬੱਚੇ ਪੜ੍ਹਦੇ ਹੋਣ? ਇੱਕ ਦੇਖੋ ਆਪਾਂ ਇੱਕ ਰੌਲਾ ਪਾ ਸਕਦੇ ਹਾਂ ਕਿ ਸਾਡੇ ਪੰਥ ਨੂੰ ਐਂ ਕਰਤਾ ਜੀ, ਈਸਾਈ ਬਣਾਈ ਜਾਂਦੇ ਆ ਜੀ, ਡੇਰੇ ਵਾਲਾ ਲਈ ਫਿਰਦਾ ਜੀ, ਪਰ ਐਕਚੁਅਲ 'ਚ ਆਪਾਂ ਗਰਾਊਂਡ ਵਰਕ ਕੀ ਕਰ ਰਹੇ ਹਾਂ? ਆਪਾਂ ਕਿੰਨਾ ਕੁ ਪ੍ਰਚਾਰ ਕਰ ਰਹੇ ਹਾਂ? ਕੀ ਆਪਾਂ ਸਿਰਫ ਰੌਲਾ ਹੀ ਪਾਉਣ ਜੋਗੇ ਹਾਂ ਜਾਂ ਆਪਾਂ ਐਕਚੁਅਲ 'ਚ ਵੀ ਕੁਝ ਕਰ ਰਹੇ ਹਾਂ? ਹੁਣ ਦੇਖੋ ਜੀ, ਇੱਕ ਗਰੀਬ ਬੰਦੇ ਨੂੰ ਕੀ ਚਾਹੀਦਾ? ਹੈਲਥ ਚਾਹੀਦੀ ਹੈ, ਹਸਪੀਟਲ ਚਾਹੀਦਾ, ਤੇ ਐਜੂਕੇਸ਼ਨ ਚਾਹੀਦੀ ਹੈ। ਰੋਟੀ ਤਾਂ ਚੰਗੀ ਮਾੜੀ ਹਰੇਕ ਕੋਈ ਖਾ ਲੈਂਦਾ, ਤੇ ਆਪਾਂ ਉਹ ਆਪਣੀਆਂ ਜਿਹੜੀਆਂ ਜਿਨ੍ਹਾਂ ਦੇ ਪੰਜਾਬ ਦੇ ਬਰਾਬਰ ਦੇ ਬਜਟ ਨੇ ਉਹ ਸੰਸਥਾਵਾਂ ਕੀ ਕਰ ਰਹੀਆਂ? ਜੀ ਬਿਲਕੁਲ ਜੀ। ਤੇ ਇਹੀ ਚੀਜ਼ਾਂ ਆਪਾਂ ਨੂੰ ਦੇਖੋ, ਹੁਣ ਆਪਾਂ ਕਿਸੇ ਨੂੰ ਕਹਿ ਸਕਦੇ ਹਾਂ ਵੀ ਉਹ ਚੀਜ਼ ਉਹ ਬੰਦਾ ਐ ਕਰੀ ਜਾਂਦਾ, ਪਰ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਦੇ ਧਰਮ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਆਪਦੇ ਵੱਲ ਕਿਵੇਂ ਖਿੱਚ ਰਿਹਾ। ਸੈਂਟ ਜੋਸਫ, ਸੈਂਟ ਜੇਵਰੇ, ਕਿੰਨੇ ਹੀ ਸੈਂਟਰ ਆ ਜਿਹੜੇ ਤੁਸੀਂ ਆਪਣੇ ਵੱਡੇ ਵੱਡੇ ਸ਼ਹਿਰਾਂ 'ਚ ਦੇਖੋਗੇ। ਉਹ ਕਹਿੰਦੇ ਜੀ ਤੁਸੀਂ ਈਸਾਈ ਧਰਮ ਅਪਣਾ ਲਓ, ਫ੍ਰੀ 'ਚ ਬੱਚਾ ਪੜ੍ਹਾ ਲਓ। ਤੇ ਤੁਸੀਂ ਮੈਨੂੰ ਆਪ ਦੱਸੋ ਵੀ ਫਿਰ ਆਪਾਂ ਪਿੱਟਣ ਜੋਗੇ ਹੀ ਆ? ਆਪਾਂ ਰੌਲਾ ਹੀ ਪਾਉਣ ਜੋਗੇ ਆ? ਆਪਾਂ ਕਰ ਕੀ ਰਹੇ ਆ? ਬਿਲਕੁਲ ਜੀ। ਰੌਲਾ ਇੱਥੇ ਆ ਕੇ ਪੈਂਦਾ ਵੀ ਆਪਾਂ ਦੂਜਿਆਂ ਨੂੰ ਲਾਉਣ ਤੋਂ ਬਜਾਏ ਆਪਾਂ ਕੀ ਕਰ ਰਹੇ ਹਾਂ, ਇਹ ਸੋਚਣਾ ਚਾਹੀਦਾ। ਜਿਹੜੀ ਐਸਜੀਪੀਸੀ ਆਪਾਂ ਸਿਆਸਤਦਾਨਾਂ ਦੇ ਹੱਥ ਦੇ ਵਿੱਚ ਦਿੱਤੀ ਹੋਈ ਹੈ, ਦੇਖੋ ਗੁਰੂ ਦੇ ਨਾਮ ਤੇ ਉਹ ਗੋਲਕਾਂ ਲਾ ਕੇ ਪੈਸੇ ਇਕੱਠੇ ਕਰਕੇ ਆਪਦੇ ਘਰ ਭਰ ਰਹੇ ਨੇ। ਉਹਦੇ ਨਾਲੋਂ ਚੰਗਾ ਕਿ ਇਹਦਾ ਜਿਹੜਾ ਇਹਨੂੰ ਇੱਕ ਨਿਊਟਰਲ ਜਿਹੜੀ ਜਥੇਬੰਦੀ ਬਣਾ ਕੇ ਇਹਦੇ ਇਲੈਕਸ਼ਨ ਕਰਾਏ ਜਾਣ, ਔਰ ਉਸ ਤੋਂ ਬਾਅਦ ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਸੀ ਵੀ ਇੱਕ ਗੁਰਦੁਆਰਾ ਖੋਲੋਗੇ ਨਾਲ ਇੱਕ ਸਕੂਲ ਵੀ ਖੋਲੋ, ਉਹ ਉਹਨਾਂ ਦਾ ਜਿਹੜਾ ਉਹ ਸਿਸਟਮ ਹੈ ਆਪਾਂ ਨੂੰ ਲਾਗੂ ਕਰਨਾ ਚਾਹੀਦਾ। ਜੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਐਜੂਕੇਸ਼ਨ ਸਟਰਕਚਰ ਸੀ ਉਹ ਅੱਜ ਬਾਹਰ ਦੇ ਦੇਸ਼ ਅਪਣਾ ਕੇ ਇੱਥੋਂ ਆਪਣੇ ਨੌਜਵਾਨੀ ਬਾਹਰ ਨੂੰ ਭੱਜੀ ਜਾ ਰਹੀ ਹੈ, 20-20 ਲੱਖ ਰੁਪਏ ਲਾ ਕੇ ਜਾਂਦੇ ਆ। ਆਪਾਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਵੀ ਜਿਹੜਾ ਆਪਣਾ ਸਟਰਕਚਰ ਸੀਗਾ ਆਪਾਂ ਉਹਨੂੰ ਹੀ ਭੁੱਲ ਗਏ ਜੀ। ਆਪਾਂ ਤੇ ਬਾਹਰ ਨੂੰ ਭੱਜੇ ਜਾਂਦੇ ਆ, ਪਰ ਜਿਹੜਾ ਸਟਰਕਚਰ ਆਪਣੇ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨੂੰ ਦਿੱਤਾ ਸੀ ਉਹ ਆਪਾਂ ਫੇਰ ਭੁੱਲ ਗਏ। ਉਹ ਆਪਣਾ ਸਟਰਕਚਰ ਬਣਾ ਕੇ ਕਿੱਥੋਂ ਦੀ ਕਿੱਥੇ ਪਹੁੰਚ ਗਏ। ਆਪਾਂ ਫਿਰ ਉਹੀ ਲੜਾਈਆਂ ਲੜੀ ਜਾਂਦੇ ਆ। ਉਹ ਕਹਿੰਦਾ ਜੀ ਮੈਂ ਫਲਾਨੀ ਟਕਸਾਲ ਦਾ, ਉਹ ਕਹਿੰਦਾ ਮੈਂ ਫਲਾਨੀ ਜਥੇਬੰਦੀ ਦਾ। ਆਪਾਂ ਤਾਂ ਆਪਣੇ ਚੌਧਰਪੁਣੇ 'ਚ ਹੀ ਮਰ ਗਏ। ਬਿਲਕੁਲ ਬਾਈ ਜੀ, ਬਹੁਤ ਵੱਡਾ ਤੁਹਾਡਾ ਸਵਾਲ ਜਿਹੜਾ ਐਸਜੀਪੀਸੀ ਨੂੰ ਹੈਗਾ ਆ ਕਿ ਜਿਹੜਾ ਸਾਡਾ ਗੁਰਮਤਾ ਸੀ ਜਾਂ ਫਿਰ ਜਿਹੜੇ ਮਹਾਰਾਜ ਸਾਡੇ ਸਿਧਾਂਤ ਬਣਾ ਗਏ ਸੋ ਸਿਧਾਂਤਾਂ ਤੋਂ ਕਿਤੇ ਨਾ ਕਿਤੇ ਅਸੀਂ ਮੂੰਹ ਫੇਰ ਲਿਆ ਤੇ ਹਾਲਤ ਵੀ ਤਾਂ ਹੀ ਮਾੜੀ ਹੈ। ਅਗਲਾ ਸਵਾਲ ਭਾਜੀ ਮੇਰਾ, ਇਸ ਟਾਈਮ ਪੰਜਾਬ ਦੇ ਵਿੱਚ ਜੋ ਹਾਲਾਤ ਚੱਲ ਰਹੇ, ਮੋਹਾਲੀ 'ਚ ਵੀ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਤੇ ਅਜਨਾਲੇ ਦੇ ਵਿੱਚ ਵੀ ਇੱਕ ਘਟਨਾ ਵਾਪਰਦੀ ਹੈ, ਮਹਾਰਾਜ ਦੇ ਸਰੂਪ ਲਿਆਏ ਜਾਂਦੇ ਨੇ, ਸਿੱਖ ਪ੍ਰਚਾਰਕਾਂ ਵੱਲੋਂ, ਲੀਡਰਾਂ ਵੱਲੋਂ ਜਿਹੜਾ ਉਸ ਦੀ ਨਿਖੇਧੀ ਵੀ ਕੀਤੀ ਜਾਂਦੀ ਹੈ, ਪਰ ਨੌਜਵਾਨ ਇਸ ਚੀਜ਼ ਨੂੰ ਲੈ ਕੇ ਕੀ ਸੋਚਦੇ ਆ? ਤੁਸੀਂ ਕੀ ਸੋਚਦੇ ਹੋ ਕਹਿਣ ਦਾ ਮਤਲਬ ਜੀ? ਦੇਖੋ ਜੀ, ਆਪਾਂ ਜਿਹੜੀ ਚੀਜ਼ ਦੇਖੋ, ਮੈਂ ਇੱਕ ਪੱਖ ਦੱਸ ਰਿਹਾ ਆਪਣਾ ਵੀ ਦੇਖੋ ਅਮਰਪਾਲ ਸਿੰਘ ਨੇ ਜੋ ਕੀਤਾ ਨਹੀਂ ਕੀਤਾ, ਆਪਾਂ ਨੂੰ ਉਸ ਚੀਜ਼ ਨਾਲ ਨਾ ਆਪਾਂ ਚੰਗਾ ਕਵਾਂਗੇ ਆਪਾਂ ਨਾ ਮਾੜਾ ਕਵਾਂਗੇ, ਕਿਉਂਕਿ ਉਹ ਉਹਦਾ ਪਰਸਨਲ ਉਹਦਾ ਪੁਆਇੰਟ ਆਫ ਵਿਊ ਸੀਗਾ। ਪਰ ਜੇ ਆਪਾਂ ਐਜ਼ ਏ ਦੇਖੋ, ਆਪਾਂ ਕੌਮੀ ਇਨਸਾਫ ਮੋਰਚੇ 'ਚ ਬੜੇ ਲੰਮੇ ਟਾਈਮ ਤੋਂ ਬੈਠੇ ਹਾਂ। 26 ਜਨਵਰੀ ਨੂੰ ਘੱਟੋ ਘੱਟ 2 ਲੱਖ ਬੰਦੇ ਦਾ ਇਕੱਠ ਸੀਗਾ, ਪਰ ਉਸ ਦਿਨ ਆਪਾਂ ਗੁਰੂ ਸਾਹਿਬ ਦਾ ਸਰੂਪ ਨਾਲ ਲੈ ਕੇ ਨਹੀਂ ਗਏ। ਅਰਦਾਸ ਕਰਕੇ ਤੁਰੇ ਹਾਂ, ਅਰਦਾਸ ਕਰਕੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਤੁਰੇ ਹਾਂ, ਪਰ ਸਰੂਪ ਨਾਲ ਨਹੀਂ ਲੈ ਕੇ ਗਏ। ਕਿਉਂ ਨਹੀਂ ਲੈ ਕੇ ਗਏ? ਦੇਖੋ ਜੀ, ਇੱਕ ਆਪਾਂ ਜਦੋਂ ਵੀ ਕੋਈ ਚੀਜ਼ ਕਰਦੇ ਹਾਂ ਉੱਥੇ 2 ਪੱਖ ਹੋ ਜਾਂਦੇ ਆ। ਇੱਕ ਤਾਂ ਪੋਜ਼ਿਟਿਵ ਪੱਖ ਹੈਗੀ, ਕੋਈ ਦਿੱਕਤ ਨਹੀਂ ਹੁੰਦੀ। ਦੂਜਾ ਨੈਗੇਟਿਵ ਪੱਖ ਹੈਗੀ, ਬਾਏ ਚਾਂਸ ਉੱਥੇ ਕੋਈ ਦਿੱਕਤ ਹੋ ਜੇ। ਤੇ ਜਦੋਂ ਕੋਈ ਵੀ ਤੁਹਾਨੂੰ ਪਤਾ ਵੀ ਲੜਾਈ ਹੁੰਦੀ ਹੈ, ਉੱਥੇ ਅਜਨਾਲੇ ਵੀ ਦੇਖ ਲਓ, ਜੇ ਉੱਥੇ ਕੋਈ ਗੋਲੀ ਚੱਲ ਜਾਂਦੀ ਉੱਥੇ ਕਿਹਨੇ ਖੜਨਾ ਸੀ? ਤੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉੱਥੇ ਇਕੱਲਾ ਰਹਿ ਜਾਂਦਾ, ਤੇ ਉਸ ਤੋਂ ਬਾਅਦ ਉਹਨਾਂ ਨੂੰ ਕਿਹਨੇ ਸੰਭਾਲਣਾ ਸੀ? ਜੇ ਅਸੀਂ ਉਹਦੀ ਜਗ੍ਹਾ ਹੁੰਦੇ, ਅਸੀਂ ਗ੍ਰਿਫਤਾਰੀਆਂ ਦੇਣ ਜਾਂਦੇ ਹਾਂ, 31 ਮੈਂਬਰਾਂ ਦਾ ਜੱਥਾ ਰੋਜ਼ ਜਾਂਦਾ, ਅਸੀਂ ਗੁਰੂ ਸਾਹਿਬ ਤੋਂ ਅਰਦਾਸ ਕਰਕੇ ਜਾਂਦੇ ਹਾਂ, ਪਰ ਅਸੀਂ ਸਰੂਪ ਨਾਲ ਲੈ ਕੇ ਨਹੀਂ ਜਾਣਾ ਚਾਹੀਦਾ। ਕਿਉਂ ਨਹੀਂ ਲੈਣਾ ਚਾਹੀਦਾ? ਕਿਉਂਕਿ ਆਪਾਂ ਨੂੰ ਗੁਰੂ ਸਾਹਿਬ ਦੀ ਜਿਹੜੀ ਰਹਿਤ ਮਰਿਆਦਾ, ਗੁਰੂ ਸਾਹਿਬ ਦਾ ਜਿਹੜਾ ਆਪਣੇ ਵਾਸਤੇ ਜਿਹੜਾ ਵੈਲਿਊ ਹੈ, ਇੰਪੋਰਟੈਂਸ ਹੈ, ਉਹ ਹਰ ਇੱਕ ਬੰਦੇ ਵਾਸਤੇ ਉਹ ਚੀਜ਼ ਨਹੀਂ ਹੈਗੀ। ਆਪਾਂ ਇੱਥੇ ਮੋਰਚਾ ਲਾਇਆ ਬੇਅਦਬੀ ਦੇ ਇਨਸਾਫ ਲਈ, ਤੇ ਜੇ ਆਪਾਂ ਹੀ ਬੇਅਦਬੀ ਕਰਾਤੀ ਤਾਂ ਫਿਰ ਤੁਸੀਂ ਮੈਨੂੰ ਇੱਕ ਦੱਸੋ, ਆਪਣੇ ਮੋਰਚੇ 'ਤੇ ਕਿੰਨੇ ਕੁ ਲੋਕ ਆਉਣਗੇ? ਆਪਾਂ ਨੂੰ ਤਾਂ ਕਹਿਣਗੇ ਤੁਸੀਂ ਵੱਡੇ ਗੁਰੂ ਦੇ ਬਣੇ ਫਿਰਦੇ ਹੋ ਰਖਵਾਲੇ, ਤੇ ਤੁਸੀਂ ਤੇ ਆਪ ਦੇ ਬੇਅਦਬੀ ਕਰਾਤੀ। ਤੇ ਇਹੀ ਸਵਾਲ ਅਮਰਪਾਲ ਸਿੰਘ ਨੂੰ ਹੈ ਵੀ ਜੇ ਭਾਈ ਸਾਹਿਬ ਉੱਥੇ ਕੁਝ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਸੀ ਇਸ ਚੀਜ਼ ਦਾ? ਉਹਨੂੰ ਜੇ ਕਰਨਾ ਚਾਹੀਦਾ ਸੀ, ਉਹਨੂੰ ਗੁਰੂਮਤਾ ਕਰਕੇ ਸਾਰੀਆਂ ਜਥੇਬੰਦੀਆਂ ਨੂੰ ਇਕੱਠਾ ਕਰਕੇ ਇੱਕ ਜਗ੍ਹਾ ਲਿਆ ਕੇ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਸੀ ਵੀ ਭਾਈ ਮੈਂ ਲੈ ਜਾ ਸਕਦਾ ਕਿ ਨਹੀਂ ਲਿਜਾ ਸਕਦਾ। ਅਗਰ ਜੇ ਮੈਂ ਲਿਜਾ ਸਕਦਾ ਤੇ ਇਸ ਚੀਜ਼ ਤੇ ਕੱਲ੍ਹ ਨੂੰ ਅਗਰ ਕੁਝ ਹੁੰਦਾ ਤੇ ਭਾਈ ਤੁਸੀਂ ਚੱਲੋਗੇ ਇਹ ਚੀਜ਼? ਹੁਣ ਮੈਨੂੰ ਇੱਕ ਗੱਲ ਦੱਸੋ ਬਾਈ ਜੀ, ਉੱਥੇ ਕੁਝ ਹੋ ਜਾਂਦਾ ਤੇ ਮੈਨੂੰ ਇੱਕ ਗੱਲ ਦੱਸੋ, ਕੌਣ ਜ਼ਿੰਮੇਵਾਰੀ ਲੈ ਲੈਂਦਾ? ਪਰ ਇੱਕ ਹੋਰ ਗੱਲ ਇਹ ਵੀ ਸਵਾਲ ਵਿੱਚੋਂ ਨਿਕਲਦਾ ਕਿ ਜਿਸ ਤਰ੍ਹਾਂ ਅੰਮ੍ਰਿਤਪਾਲ ਸਿੰਘ ਆਪ ਮੁਹਾਰੇ ਇਸ ਤਰ੍ਹਾਂ ਮਹਾਰਾਜ ਦੇ ਸਰੂਪ ਨਾਲ ਲੱਗੇ, ਤਾਂ ਕੱਲ੍ਹ ਨੂੰ ਕੋਈ ਵੀ ਸਿੱਖ ਜਥੇਬੰਦੀ, ਚਾਹੇ ਉਹ ਕਾਮਰੇਡ ਜਥੇਬੰਦੀ ਹੈ, ਕੋਈ ਵੀ ਜਥੇਬੰਦੀ, ਕੱਲ੍ਹ ਨੂੰ ਤਾਂ ਫਿਰ ਕੋਈ ਵੀ ਲੈ ਕੇ ਜਾ ਸਕਦਾ ਮਹਾਰਾਜ। ਉਹੀ ਤਾਂ ਗੱਲ ਕਰ ਰਹੇ ਹਾਂ ਨਾ ਬਾਈ ਜੀ, ਆਪ ਮੁਹਾਰੇ ਨਹੀਂ ਚੱਲਣਾ ਚਾਹੀਦਾ ਨਾ ਜੀ।
ਇੰਨੀਆਂ ਆਪਣੀਆਂ ਸੰਸਥਾਵਾਂ ਨੇ, ਇੰਨੇ ਆਪਣੇ ਵੱਡੇ ਵੱਡੇ ਆਗੂ ਬੈਠੇ ਨੇ। ਦੇਖੋ ਜਿਹੜਾ ਡੀਐਸਪੀ ਸੀਗਾ ਰੰਧਾਵਾ ਸ਼ਾਇਦ ਉਹਨੇ ਕਿਹਾ ਵੀ ਮੈਂ ਗੁਰਸਿੱਖ ਹਾਂ, ਮੈਂ ਕਿਵੇਂ ਬਸ਼ਾਰਾਂ ਚਲਾ ਦਾਂ ਮਹਾਰਾਜ ਦੇ ਸਰੂਪ ਤੇ, ਕਿਵੇਂ ਅਸੀਂ ਉੱਥੇ ਆਸੂ ਗੈਸ ਦੇ ਗੋਲੇ ਚਲਾ ਦਈਏ। ਤਾਂ ਇਹ ਚੀਜ਼ ਆਪਾਂ ਨੂੰ ਵੀ ਸਮਝਣਾ ਚਾਹੀਦਾ। ਦੇਖੋ ਆਪਾਂ ਹਰੇਕ ਚੀਜ਼ ਆਪਦੇ ਤਰੀਕੇ ਨਾਲ ਚਲਾਉਣੇ ਆ, ਆਪਦੇ ਹਿਸਾਬ ਨਾਲ ਮੋਲਡ ਕਰਦੇ ਆ। ਗੁਰੂ ਸਾਹਿਬ ਨੇ 2 ਸਿਧਾਂਤ ਦਿੱਤੇ। ਗੁਰੂ ਸਾਹਿਬ ਨੇ ਕਿਹਾ ਵੀ ਤੇਗ ਵੀ ਚਲਾਉਣੀ ਹੈ ਤੇ ਕਲਮ ਵੀ ਚਲਾਉਣੀ ਹੈ। ਆਪਾਂ ਤੇ ਕੱਲਾ ਜਿਹੜੀ ਚੀਜ਼ ਆਪਾਂ ਨੂੰ ਚੰਗੀ ਲੱਗਦੀ ਹੈ ਤੇਗ ਵਾਲੀ ਆਪਾਂ ਉਹ ਕਹਿਤੀ। ਗੁਰੂ ਸਾਹਿਬ ਨੇ ਕਲਮ ਦੀ ਜਿਹੜੀ ਤਾਕਤ ਬਖਸ਼ੀ ਹੈ ਉਹ ਆਪਾਂ ਕਰ ਹੀ ਨਹੀਂ ਰਹੇ। ਅੱਜ ਜਿਹੜੀ ਲੜਾਈ ਹੈ ਭਾਈ ਸਾਹਿਬ, ਅੱਜ ਗੁਰੂ ਸਾਹਿਬ ਦੇ ਟਾਈਮ ਲੜਾਈ ਹੁੰਦੀ ਸੀ ਸ਼ਸਤਰਾਂ ਨਾਲ, ਅੱਜ ਲੜਾਈ ਹੈ ਵਿਚਾਰਧਾਰਾ ਦੀ। ਆਪਣਾ ਕੋਈ ਭਗਵੰਤ ਮਾਨ ਨਾਲ ਕੋਈ ਜ਼ਮੀਨ ਦਾ ਰੌਲਾ ਥੋੜ੍ਹੀ ਹੈ, ਜਾਂ ਆਪਣਾ ਕੋਈ ਮੋਦੀ ਨਾਲ ਜ਼ਮੀਨ ਦਾ ਰੌਲਾ ਥੋੜ੍ਹੀ ਹੈ, ਜਾਂ ਬਾਦਲਾਂ ਨਾਲ ਕੋਈ ਆਪਣਾ ਜ਼ਮੀਨ ਦਾ ਰੌਲਾ ਥੋੜ੍ਹੀ ਹੈ। ਆਪਣੀ ਵਿਚਾਰਧਾਰਾ ਦੀ ਲੜਾਈ ਹੈ। ਉਹਨਾਂ ਦੀ ਵਿਚਾਰਧਾਰਾ ਕਹਿੰਦੀ ਹੈ ਕਿ ਅਸੀਂ ਸਿੱਖ ਪੰਥ ਨੂੰ ਯੂਜ਼ ਕਰਨਾ, ਸਾਡੀ ਵਿਚਾਰਧਾਰਾ ਇਹ ਕਹਿੰਦੀ ਅਸੀਂ ਸਿੱਖ ਪੰਥ ਨੂੰ ਬਚਾਉਣਾ। ਤੇ ਇਹ ਵਿਚਾਰਧਾਰਾ ਦੀ ਲੜਾਈ ਹੈ। ਵਿਚਾਰਧਾਰਾ ਦੀ ਲੜਾਈ ਦਾਇਰਿਆਂ 'ਚ ਰਹਿ ਕੇ ਹੀ ਲੜੀ ਜਾ ਸਕਦੀ ਹੈ। ਤੁਸੀਂ ਇੱਥੇ ਮਾੜਾ ਜਿਹਾ ਹਿੰਸਕ ਕਰ ਦਿਓ ਬਾਈ ਜੀ, ਮਿੰਟ 'ਚ ਖਿਲਾਰ ਦੇਣਗੇ। ਕੀ ਕਰ ਲਓਗੇ ਦੱਸੋ? ਅਗਲਿਆਂ ਕੋਲੇ ਲਾਇਸੈਂਸ ਵੀ, ਅਗਲਿਆਂ ਕੋਲੇ ਹਥਿਆਰ ਵੀ ਹੈ, ਗੋਲੀਆਂ ਚਲਾਉਣ ਲੱਗੇ ਮਿੰਟ ਮਾਰਨਗੇ। ਆਪਣੇ ਕੋਲੇ ਦੱਸੋ ਕੀ ਹੈ? ਆਪਾਂ ਮਾੜਾ ਜਿਹਾ ਕੁਛ ਕਰਦੇ ਹਾਂ, ਆਪਣੇ ਤੇ ਪਰਚੇ ਪੈਂਦੇ ਆ, ਉਹਨਾਂ ਤੇ ਦੱਸੋ ਕਿਹੜੇ ਪਰਚੇ ਪਏ? ਜਿਸ ਤਰ੍ਹਾਂ ਪਹਿਲਾਂ ਵਾਲੀ ਗੱਲ ਤੇ ਮੈਂ ਆਉਣਾ ਚਾਹੁੰਦਾ ਕਿ ਜਿਸ ਤਰ੍ਹਾਂ ਉਹਨਾਂ ਵੱਲੋਂ ਇਹ ਵੀ ਤਰਕ ਦਿੱਤਾ ਜਾ ਰਿਹਾ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਵੱਲੋਂ ਕਿ ਜੰਗ ਜੁੰਦਾ ਹੁੰਦੇ ਰਹੇ ਪਹਿਲਾਂ, ਉਸ ਟਾਈਮ ਵੀ ਮਹਾਰਾਜ ਦੇ ਸਰੂਪ ਨਾਲ ਲੈ ਕੇ ਜਾਂਦੇ ਰਹੇ ਜੀ। ਦੇਖੋ ਭਾਈ ਜੀ, ਕਿੱਥੇ ਲਿਖਿਆ ਹੋਇਆ ਦੱਸੋ ਮਹਾਰਾਜ ਦੇ ਸਰੂਪ ਜਿਹੜੇ ਜੰਗ ਦੇ ਵਿੱਚ ਲਿਜਾਂਦੇ ਰਹੇ? ਮਹਾਰਾਜ ਦਾ ਸਰੂਪ ਉੱਥੇ ਲਿਜਾਇਆ ਜਾਂਦਾ ਸੀ ਜਿੱਥੇ ਡੇਰੇ ਬਣਾਏ ਜਾਂਦੇ ਸੀ, ਜਿੱਥੇ ਰਹਿਣ ਬਸੇਰਾ ਬਣਾਇਆ ਜਾਂਦਾ ਸੀ, ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰਿਆ ਜਾਂਦਾ ਸੀ ਸਰੂਪ, ਉੱਥੇ ਪਾਠ ਹੁੰਦੇ ਸੀ, ਦੀਵਾਨ ਹੁੰਦੇ ਸੀ। ਜਿਹੜਾ ਜੰਗ ਦਾ ਮੈਦਾਨ ਹੁੰਦਾ ਸੀ, ਮੈਨੂੰ ਇੱਕ ਵੀ ਦਿਖਾ ਦਿਓ ਜਿੱਥੇ ਜੰਗ ਦੇ ਮੈਦਾਨ 'ਚ ਲੈ ਕੇ ਗਏ ਹੁਣ ਨਾਲ। ਇਹ ਤਾਂ ਆਪਾਂ ਆਪਦੇ ਤਰੀਕੇ ਨਾਲ ਮੋਲਡ ਕਰਦੇ ਹਾਂ ਬਾਈ ਜੀ। ਫੋਟੋਆਂ ਤਾਂ ਜਿੱਥੋਂ ਮਰਜ਼ੀ ਲਿਆਓ। ਹੁਣ ਆਪਣੀ ਫੌਜ ਹੈ ਚੀਨ ਦੇ ਬਾਰਡਰ ਤੇ ਖੜੀ ਹੈ, ਉਹ ਗੁਰੂ ਸਾਹਿਬ ਦਾ ਸਰੂਪ ਲੈ ਕੇ ਜਾਂਦੇ ਨਾਲ, ਪਰ ਉਹ ਉੱਥੇ ਗੁਰੂ ਸਾਹਿਬ ਦਾ ਸਰੂਪ ਸਥਾਪਿਤ ਕਰਦੇ ਆ ਜਿੱਥੇ ਉਹਨਾਂ ਦਾ ਰਹਿਣ ਬਸੇਰਾ ਹੁੰਦਾ, ਨਾ ਕਿ ਜੰਗ ਦੇ ਮੈਦਾਨ 'ਚ। ਬੰਕਰਾਂ 'ਚ ਮੈਨੂੰ ਦਿਖਾਓ ਕਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ। ਇਹ ਬਾਈ ਜੀ ਆਪਾਂ ਆਪਦੀ ਆਈਡੀਓਲੋਜੀ, ਆਪਦੇ ਸਿਸਟਮ ਦੇ ਹਿਸਾਬ ਨਾਲ ਸਾਰਾ ਕੁਝ ਕਰ ਰਹੇ ਹਾਂ। ਆਪਾਂ ਸਾਰੀਆਂ ਮਰਿਆਦਾਵਾਂ ਵੀ ਚੇਂਜ ਕਰਤੀਆਂ, ਗੁਰੂ ਸਾਹਿਬ ਘਰਾਂ ਦੇ ਵਿੱਚ ਕੁਰਸੀਆਂ ਵੀ ਲਾਤੀਆਂ। ਦੇਖੋ ਆਪਾਂ ਹਰੇਕ ਚੀਜ਼ ਆਪਦੇ ਹਿਸਾਬ ਨਾਲ ਕਰਦੇ ਹਾਂ। ਜੇ ਮੈਨੂੰ ਬਾਈ ਜੀ ਚੰਗਾ ਲੱਗਦਾ ਤਾਂ ਮੈਂ ਉਹ ਚੀਜ਼ ਕਿਤੋਂ ਨਾ ਕਿਤੋਂ ਕੱਢ ਹੀ ਲਿਆਉਣੀ ਹੈ। ਅਰਥ ਕਰਨਾ ਮੈਂ ਆਪਦੇ ਹਿਸਾਬ ਨਾਲ, ਮੈਨੂੰ ਕੌਣ ਰੋਕ ਸਕਦਾ? ਮੇਰੀ ਥਿੰਕਿੰਗ ਹੈ, ਮੇਰਾ ਸਭ ਕੁਝ ਹੈ, ਮੈਂ ਕਹਿਣਾ ਹੀ ਹੈ। ਗੁਰੂ ਸਾਹਿਬ ਨੇ ਜਫਰਨਾਮਾ ਲਿਖਿਆ ਸੀ, ਕਿੱਡੀ ਵੱਡੀ ਕਲਮ ਦੀ ਤਾਕਤ ਬਖਸ਼ੀ ਹੈ ਗੁਰੂ ਸਾਹਿਬ ਨੇ। ਆਪਾਂ ਤਾਂ ਭੁੱਲੇ ਬੈਠੇ ਹਾਂ। ਆਪਾਂ ਤਾਂ ਕਹਿੰਦੇ ਝਟਕਾ ਦਿਓ ਤੇਗ ਕੱਲੀ ਤੇਗ ਦੀ ਪਾਵਰ ਥੋੜ੍ਹੀ ਆਪਣੇ ਕੋਲ। ਆਪਣੇ ਕੋਲੇ ਜਾਪ ਸਾਹਿਬ ਦੀ ਤਾਕਤ ਹੈ ਕਿੱਡੀ ਵੱਡੀ। 6ਵੇਂ ਗੁਰੂ ਹਰਗੋਬਿੰਦ ਸਾਹਿਬ ਜਦੋਂ ਗਵਾਲੀਅਰ ਦੇ ਕਿਲੇ ਸੀਗੇ ਤੇ ਜਾਪ ਕਰਿਆ ਬਾਬਾ ਬੁੱਢਾ ਜੀ ਹੋਰਾਂ ਨੇ ਜਾ ਕੇ, ਰਾਤ ਨੂੰ ਸ਼ੇਰ ਬਣ ਕੇ ਚੜ੍ਹ ਜਾਂਦੇ ਸ਼ਾਹਜਹਾਂ ਦੇ ਛਾਤੀ ਤੇ। ਦੱਸ ਭਾਈ ਸਾਡਾ ਗੁਰੂ ਕਿਉਂ ਬੰਦ ਕੀਤਾ? ਤੇ ਜਾਪ ਦੀ ਤਾਕਤ ਕਰਕੇ ਉਹ ਸਿੱਖ ਬਣਦੇ ਸੀ ਨਾ ਸ਼ੇਰ। ਤੇ ਆਪਾਂ ਤਾਂ ਭਾਈ ਸਾਹਿਬ ਦੇਖੋ ਅੱਜ ਕੱਲ੍ਹ ਦਾ ਸਿਸਟਮ ਕੀ ਹੈ, ਹਰੇਕ ਨੂੰ ਤੱਤੀਆਂ ਗੱਲਾਂ ਪਸੰਦ ਹੈ। ਇਹ ਗੱਲ ਨਾਲ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਆ ਕਿ ਇੱਕ ਤਰਾਸਦੀ ਆ ਆਪਣੇ ਪੰਜਾਬ ਦੀ। ਜੇ ਕੋਈ ਗੱਲ ਕਹਿ ਦਿੰਦਾ, ਅਗਰ ਉਹਦਾ ਥੋੜਾ ਚਿਹਰਾ ਬਣਿਆ ਤਾਂ ਲੋਕ ਉਹਨੂੰ ਛੇਤੀ ਸੱਚ ਮੰਨ ਲੈਂਦੇ ਆ। ਇਹ ਵੱਡੀ ਤਰਾਸਦੀ ਆ। ਮੰਨ ਲਓ ਕਿਸੇ ਨੇ ਕੋਈ ਗੱਲ ਕਹਿਤੀ, ਚਾਹੇ ਹੁਣ ਇਸੇ ਗੱਲ ਤੇ ਆਪਾਂ ਗੱਲ ਕਰ ਲਈ, ਕਿਸੇ ਨੇ ਕਹਿਤਾ ਵੀ ਸਰੂਪ ਜਿਹੜੇ ਜੰਗ 'ਚ ਜਾਂਦੇ ਰਹੇ, ਤਾਂ ਬਹੁਤਾਤ ਲੋਕ ਮੰਨਣ ਲੱਗ ਪੈਂਦੇ ਵੀ ਜੰਗ 'ਚ ਜਾਂਦੇ ਰਹੇ ਹੋਊਗੇ, ਜਦ ਕਿ ਉਹਦਾ ਕੋਈ ਐਵੀਡੈਂਸ ਜਾਂ ਹੈ ਨਹੀਂ, ਹੈ ਨਾ ਜੀ। ਬਾਈ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਸਭ ਕੁਝ ਚੀਜ਼ਾਂ ਵਿੱਚ ਕਲੀਅਰ ਕੱਟ ਲਿਖਿਆ। ਦੇਖੋ ਮੈਂ ਤੁਹਾਨੂੰ ਉਹੀ ਕਹਿਣਾ, ਅਸੀਂ ਆਪਦੇ ਹਿਸਾਬ ਨਾਲ ਸਭ ਕੁਝ ਕਰਦੇ ਹਾਂ ਬਾਈ ਜੀ। ਆਪਾਂ ਹਰੇਕ ਚੀਜ਼ਾਂ ਆਪਣੇ ਤਰੀਕੇ ਨਾਲ ਮੋਲਡ ਕਰਦੇ ਹਾਂ ਵੀ ਆਪਾਂ ਨੂੰ ਇਹ ਚੀਜ਼ ਵਧੀਆ ਲੱਗਦੀ, ਆਪਾਂ ਇਹ ਚੀਜ਼ ਚੱਕ ਲਈ। ਤੁਸੀਂ ਮੈਨੂੰ ਇੱਕ ਗੱਲ ਦੱਸੋ ਬਾਈ ਜੀ, ਜਿੰਨੇ ਉੱਥੇ ਸੰਗਤ ਪਹੁੰਚੀ ਹੋਈ ਸੀਗੀ ਉਹਨਾਂ 'ਚੋਂ ਕਿੰਨੇ ਬੰਦਿਆਂ ਨੇ ਇਹ ਚੀਜ਼ ਦਾ ਸਵਾਲ ਚੁੱਕਿਆ ਹੋਣਾ? ਨਹੀਂ ਚੱਕਿਆ ਹੋਣਾ। ਕਿਉਂਕਿ ਆਪਣੀ ਸਭ ਤੋਂ ਵੱਡੀ ਰੌਲਾ ਪਤਾ ਕੀ ਆ, ਆਪਾਂ ਉਸ ਬੰਦੇ ਪਿੱਛੇ ਲੱਗ ਜਾਂਦੇ ਆ ਜਿਹੜਾ ਆਪਾਂ ਨੂੰ ਲੱਗਦਾ ਵੀ ਪੰਥ ਵਾਸਤੇ ਕੁਝ ਕਰ ਸਕਦਾ, ਪਰ ਆਪਾਂ ਉਹ ਬੰਦੇ ਪਿੱਛੇ ਲੱਗਦੇ ਆ, ਆਪਾਂ ਉਹਦੀ ਗੱਲ ਅੰਧੇ ਭਗਤ। ਹੁਣ ਆਪਾਂ ਮੋਦੀ ਦੇ ਅੰਧੇ ਭਗਤ ਕਹਿੰਦੇ ਆ ਵੀ ਅੰਧ ਭਗਤ ਹੈ, ਤੇ ਆਪਣੇ ਕਿਹੜਾ ਹੈ ਨਹੀਂ ਇੱਥੇ? ਕਿੰਨੇ ਬੰਦੇ ਨੇ ਜਿਹੜੇ ਐਵੇਂ ਤੁਰੇ ਫਿਰਦੇ ਆ ਬਿਨਾਂ ਗੱਲੋਂ। ਆਪਦਾ ਹੀ ਸਿਸਟਮ ਅੰਨੇ ਭਗਤ ਕਿਹਾ ਜਾ ਸਕਦਾ ਬਾਈ ਜੀ। ਕੀ ਹੈ ਜਦੋਂ ਤੁਸੀਂ ਆਪਦੀ ਸੋਚ ਹੀ ਨਹੀਂ ਵਰਤਣੀ। ਮੈਨੂੰ ਬਾਈ ਜੀ ਤੁਸੀਂ ਇੱਕ ਚੀਜ਼ ਬੋਲੀ ਬਾਈ ਜੀ, ਆਪਾਂ ਆਹ ਦਰਖਤ ਵੱਢਣਾ, ਮੈਂ ਤੁਹਾਨੂੰ ਕਿਹਾ ਹਾਂਜੀ ਵੱਢ ਦਿੰਦੇ ਆ, ਤੇ ਮੈਂ ਤੁਹਾਨੂੰ ਇੱਕ ਦੂਜੀ ਗੱਲ ਮੋੜ ਕੇ ਕਹੀ ਬਾਈ ਆਪਾਂ ਦਰਖਤ ਕਿਉਂ ਵੱਢਣਾ, ਕਾਹਤੇ ਵੱਢਣਾ? ਇਹ ਦਰਖਤ ਆਪਾਂ ਵੱਢਾਂਗੇ ਤੇ ਆਪਣਾ ਨੁਕਸਾਨ ਹੈ। ਤੇ ਮੈਂ ਆਪਦਾ ਪੱਖ ਰੱਖ ਰਿਹਾ ਨਾ, ਕਿਤੇ ਮੈਂ ਤੁਸੀਂ ਕਹਿਤਾ ਮੈਂ ਕਰਤਾ ਤੇ ਫਿਰ ਅੰਧੇ ਭਗਤੀ ਹੋਇਆ, ਹੋਰ ਕੀ ਹੋਇਆ ਦੱਸੋ? ਭਾਈ ਸਾਹਿਬ ਦੇਖੋ ਕੁਰਬਾਨੀ ਆਪਣੀ ਕੌਮ ਆਪਣੀ ਵਿਰਾਸਤ 'ਚ ਮਿਲੀਆਂ ਹੋਈਆਂ। ਜੇ ਆਪਾਂ ਇਕੱਲਾ ਇਹ ਕਹੀਏ ਵੀ ਗੁਰੂ ਸਾਹਿਬ ਨੇ ਜੰਗਾਂ ਲੜੀਆਂ, ਤੇ ਗੁਰੂ ਸਾਹਿਬ ਨੇ ਕੁਰਬਾਨੀ ਵੀ ਕੀਤੀ ਹੈ। ਜਦੋਂ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਗੁਰੂ ਸਾਹਿਬ ਨੇ ਕਿਹਾ ਇਨ ਪੁੱਤਰਨ ਕੇ ਸ਼ੀਸ਼ ਪੇ ਵਾਰ ਦੀਏ ਪੁੱਤ ਚਾਰ ਚਾਰ ਹੋਏ, ਚਾਰ ਮੋਏ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ।
ਆਪਾਂ ਉਹਨਾਂ ਚੀਜ਼ਾਂ ਨੂੰ ਤਾਂ ਸਮਝਦੇ ਨਹੀਂ। ਆਪਾਂ ਤਾਂ ਕਹਿੰਦੇ ਸਾਡੇ ਝਰੀਟ ਵੱਜ ਗਈ ਤਾਂ ਗੁਰੂ ਸਾਹਿਬ ਨੇ ਕਿਹਾ ਚੱਕ ਦਿਓ। ਤੇ ਗੁਰੂ ਸਾਹਿਬ ਦੇਖੋ ਕਿਸੇ ਦੇ ਬੱਚੇ ਸ਼ਹੀਦ ਹੋ ਜਾਣੇ, ਸਾਹਿਬਜ਼ਾਦੇ ਸ਼ਹੀਦ ਹੋਏ ਆ ਗੁਰੂ ਸਾਹਿਬ ਦੇ, ਉਹਨਾਂ ਦੇ ਤਾਂ ਅੱਖ 'ਚੋਂ ਹੰਝੂ ਵੀ ਨਹੀਂ ਆਇਆ। ਤੇ ਆਪਾਂ ਉਹ ਚੀਜ਼ਾਂ ਭੁੱਲ ਗਏ। ਗੱਲ ਉਹ ਘੁੰਮ ਫਿਰ ਕੇ ਉੱਥੇ ਹੀ ਆਉਂਦੀ ਹੈ, ਜਿਹੜੀ ਚੀਜ਼ ਆਪਾਂ ਨੂੰ ਚੰਗੀ ਲੱਗਦੀ ਆਪਾਂ ਚੱਕ ਲੈਂਦੇ ਹਾਂ, ਦੂਜੀ ਚੀਜ਼ ਆਪਾਂ ਛੱਡ ਦਿੰਦੇ ਹਾਂ। ਗੁਰੂ ਸਾਹਿਬ ਤੇ ਜਦੋਂ ਤੀਰ ਚਲਾਏ, ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਤੇ ਤੀਰ ਚਲਾਏ, ਜਦੋਂ ਹਿੰਦੂ ਰਾਜਾ ਸੀ ਜਿਹੜਾ, ਉਹਨਾਂ ਨੇ ਕਿਹਾ ਵੀ ਭਾਈ ਵਾਰ ਕਰ ਲਾ। ਉਹਨੇ ਪਹਿਲਾ ਕੀਤਾ, ਕਹਿੰਦੇ ਦੂਜਾ ਕਰ ਲਾ, ਦੂਜਾ ਕਰਿਆ, ਤੀਜਾ ਕਰ ਲਾ। ਜਦੋਂ ਗੁਰੂ ਸਾਹਿਬ ਦੇ ਕਮਰ ਕਸੇ 'ਚ ਥੋੜਾ ਜਿਹਾ ਤੀਰ ਲੱਗਿਆ, ਫਿਰ ਉਹਨਾਂ ਨੇ ਕਿਹਾ, ਫਿਰ ਉਹ ਵੀਰ ਰਸ ਚਾਹੇ ਜਬੇ ਤੀਰ ਲੱਗਿਓ ਤਬੇ ਰੋਸ ਜਾਗਿਓ। ਆਪਾਂ ਨੂੰ ਕੁਰਬਾਨੀ ਗੁਰੂ ਸਾਹਿਬ ਨੇ ਸਿਖਾਈ ਆ। ਆਪਾਂ ਇਸ ਟਾਈਮ ਕੀ ਕਰ ਰਹੇ ਹਾਂ? ਕੁਰਬਾਨੀ ਤਾਂ ਆਪਣੀ ਕੁਛ ਵੀ ਨਹੀਂ। ਆਪਾਂ ਆਏ ਆ, ਆਪਾਂ ਨੂੰ ਪਰਚੇ ਦੁਨੀਆ ਤੇ ਪੈਂਦੇ ਆ, ਸਾਡੇ ਤੇ ਕਿਹੜਾ ਨਹੀਂ ਪਏ। ਪਰ ਆ ਪਰਚਾ ਪੈ ਗਿਆ, ਇਹਦਾ ਮਤਲਬ ਇਹ ਥੋੜੀ ਆ ਵੀ ਤੁਸੀਂ ਚੱਕ ਦਿਓ, ਸਭ ਕੁਝ ਕਰ ਦਿਓ। ਕੁਰਬਾਨੀ ਵੀ ਦੇਣੀ ਸਿੱਖੋ। ਕੀ ਹੋਣਾ ਚਾਹੀਦਾ ਭਾਜੀ? ਪੰਜਾਬ 'ਚ ਗੱਲ ਕਰ ਲਈਏ, ਪੰਜਾਬ ਦਾ ਭੂਗੋਲਿਕ ਖੇਤਰ, ਪਾਣੀ, ਖੇਤੀ, ਨੌਜਵਾਨੀ, ਉਹ ਲਗਾਤਾਰ ਮਤਲਬ ਕਹਿ ਸਕਦੇ ਕਿ ਖਤਰੇ ਦੇ ਕਗਾਰ ਤੇ ਖੜੇ ਹੋਏ ਨੇ। ਤੇ ਪੰਜਾਬ ਦੇ ਵਿੱਚ ਕੀ ਹੋਣਾ ਚਾਹੀਦਾ ਕਿ ਜਿਹਦੇ ਨਾਲ ਨੌਜਵਾਨ ਜਿਹੜੇ ਆ ਉਹ ਗੱਲ ਕੋਈ ਵੀ ਆਪਣੀ ਸੋਚ ਜਿਹੜੀ ਆਪਣੀ ਸੋਚ ਨਾਲ ਸੋਚ ਕੇ ਕਦਮ ਚੁੱਕਣ? ਦੇਖੋ ਇੰਟੈਲੈਕਚੁਅਲੀ ਜਿਹੜਾ ਸਿਸਟਮ ਹੈਗਾ ਨਾ ਬਾਈ ਜੀ, ਆਪਾਂ ਨੂੰ ਬਾਹਰਲਿਆਂ ਤੋਂ ਕੋਈ ਖਤਰਾ ਨਹੀਂਗਾ। ਆਪਾਂ ਨੂੰ ਮਾਰਨ ਵਾਲੇ ਆਪਣੇ ਹੀ ਆ। ਆਪਣੇ ਆਪ ਦੇ ਹੀ ਆਪਾਂ ਨੂੰ ਮਾਰਦੇ ਆ, ਆਪਣੇ ਆਪ ਦੇ ਹੀ ਆਪਣੇ 'ਚ ਇਹ ਸਿਸਟਮ ਲਾਉਂਦੇ ਆ। ਬਾਹਰਲੇ ਨੂੰ ਕੀ ਪਤਾ ਆਪਾਂ ਕੌਣ ਆ? ਆਪਣੇ ਆਪ ਦੇ ਹੀ ਆ। ਹੁਣ ਤੁਸੀਂ ਬਾਦਲਾਂ ਦੀ ਗੱਲ ਸੁਣ ਲਓ। ਇੱਕ ਗੱਲ ਥੋੜੇ ਦਿਨ ਜਦੋਂ ਆ ਮੋਰਚਾ ਲੱਗਿਆ ਸੀ, ਇੱਕ ਬਿਆਨ ਆ ਰਿਹਾ ਸੀ ਜੀ, ਬੰਦੀ ਸਿੰਘ ਛੇਤੀ ਰਿਹਾ ਹੋ ਜਾਣੇ, ਅਸੀਂ ਮੁਹਿੰਮ ਚਲਾਤੀ। 10 ਦਿਨਾਂ ਬਾਅਦ ਮਜੀਠੀਆ ਬਾਹਰ ਆ ਗਿਆ। ਤੇ ਇਹ ਤਾਂ ਮਜੀਠੀਆ ਨੂੰ ਬੰਦੀ ਸਿੰਘ ਮੰਨੀ ਜਾਂਦੇ ਕਿ ਆਪਣਾ ਕੀ ਭਲਾ ਕਰ ਦੇਣਗੇ। ਇਹ ਤਾਂ ਮਜੀਠੀਆ ਨੂੰ ਬੰਦੀ ਸਿੰਘ ਬਣਾਈ ਬੈਠੇ ਆ। 10 ਦਿਨਾਂ ਬਾਅਦ ਮਜੀਠੀਆ ਆ ਗਿਆ, ਉਹਨਾਂ ਨੇ ਸਰੋਪੇ ਭੇਟ ਕਰੇ। ਇੱਕ ਹੋਰ ਗੱਲ ਆ ਬਾਈ, ਉਹ ਜ਼ਮਾਨਤ ਤੇ ਆ, ਉਹਨੂੰ ਕਹਿੰਦੇ ਉਹ ਕਈਆਂ ਦਾ ਮੇਲਾ ਬਾਹਰ ਆ ਗਿਆ, ਕੇਸ ਤਾਂ ਚੱਲ ਰਿਹਾ। ਰੌਲਾ ਤਾਂ ਉਹੀ ਹੈ ਨਾ ਬਾਈ ਜੀ, ਉਹਦੇ ਸਰੋਪੇ ਪਾਏ ਗਏ ਯਾਰ। ਆਪਣੀ ਕੌਮ ਦਾ ਸਰੋਪਾ ਤਾਂ ਇਹ ਬਣਾਤਾ ਬਾਈ ਜੀ, ਰਾਹ ਖੜੇ ਬੰਦੇ ਤੇ ਆਪਾਂ ਸਰੋਪਾ ਪਾ ਦਿੰਦੇ ਆ। ਆਪਾਂ ਤਾਂ ਰਹਿਤ ਮਰਿਆਦਾ ਆਪਾਂ ਖਤਮ ਹੀ ਕਰਤੀ। ਆਪਾਂ ਤਾਂ ਆਪਦੇ ਹਿਸਾਬ ਨਾਲ ਮੋਲਡ ਕਰ ਲਿਆ, ਠੀਕ ਹੈ ਜੀ। ਜਿਹੜੀ ਚੀਜ਼ ਹੁਣ ਉਹ ਬੰਦੇ ਦੇ ਮੈਨੂੰ ਲੱਗਦਾ ਵੀ ਲਗਭਗ 100-200 ਸਰੋਪਾ ਸਾਹਿਬ ਪਾਇਆ ਹੋਣਾ ਜਦੋਂ ਜੇਲ੍ਹ ਚੋਂ ਬਾਹਰ ਆ। ਵੀ ਕਿਹੜੀ ਜੰਗ ਜਿੱਤ ਕੇ ਆਇਆ ਉਹ? ਚਿੱਟੇ ਵੇਚਣ ਵਾਲਾ ਬੰਦਾ ਉਹ ਬਾਹਰ ਆ ਰਿਹਾ ਜੇਲ੍ਹ ਦੇ ਵਿੱਚੋਂ। ਇਲਜ਼ਾਮ ਲੱਗੇ ਆ, ਇਲਜ਼ਾਮ ਕਿਸੇ ਗੱਲ ਉੱਤੇ ਲੱਗਦੇ ਆ, ਇਲਜ਼ਾਮ ਲੱਗੇ ਆ, ਜੇਲ੍ਹ ਦੇ ਵਿੱਚ ਰਿਹਾ, ਚਿੱਟੇ ਦਾ ਬਹੁਤ ਵੱਡਾ ਤਸਕਰ ਰਿਹਾ ਹੈ। ਤੇ ਉਹ ਆਪਾਂ ਉਹਨੂੰ ਸਰੋਪੇ ਭੇਟ ਕਰ ਰਹੇ, ਤੇ ਫਿਰ ਆਪਣੀ ਕੌਮ ਕਿੱਧਰ ਨੂੰ ਜਾ ਰਹੀ ਹੈ ਬਾਈ ਜੀ? ਕਿਹੜੇ ਆਪਾਂ ਛੱਡਣ ਦੀਆਂ ਗੱਲਾਂ। ਦੂਜੀ ਗੱਲ ਬਾਈ ਜੀ, ਜਿੰਨਾ ਚਿਰ ਆਪਾਂ ਆਪਦੀਆਂ ਚੀਜ਼ਾਂ ਦੇ ਨਾਲ, ਆਪਣੇ ਸਿਸਟਮ ਦੇ ਨਾਲ ਨਹੀਂ ਜੁੜਾਂਗੇ, ਆਪਾਂ ਆਪਣੇ ਨਾਲ ਇਦਾਂ ਹੀ ਹੋਣਾ। ਇੱਕ ਉੱਠ ਕੇ ਬੰਦਾ ਕਹਿੰਦਾ ਜੀ ਮੈਂ ਕਰਦਾ ਫਲਾਨੀ ਚੀਜ਼ ਦੀ ਗੱਲ, ਆਪਾਂ ਉਹਦੇ ਮਗਰ ਤੁਰ ਪੈਂਦੇ ਹਾਂ। ਦੂਜਾ ਕਹਿੰਦਾ ਜੀ ਮੈਂ ਕਰਦਾ। ਦੇਖੋ ਜਿਹੜਾ ਬੰਦਾ ਸੋਚ ਦੀ ਗੱਲ ਕਰਦਾ, ਇੰਟੈਲੈਕਚੁਅਲ ਪਾਵਰ ਦੀ ਗੱਲ ਕਰਦਾ, ਉਹਨੂੰ ਇਹ ਕਾਮਰੇਡ ਮਿੰਟ 'ਚ ਸਰਟੀਫਿਕੇਟ ਵੰਡ ਦਿੰਦੇ ਆ। ਕਾਮਰੇਡ ਹੈ ਜੀ, ਇੱਕ ਮਿੰਟ ਦੇ ਵਿੱਚ ਸਰਟੀਫਿਕੇਟ ਬਣਿਆ ਜਾਂਦਾ। ਇਹ ਕਾਮਰੇਡ ਹੈ ਭਾਈ ਸਾਹਿਬ। ਕਾਮਰੇਡ ਇੱਕ ਸੋਚ ਹੈ। ਸਿੱਖੀ ਇੱਕ ਸੋਚ ਹੈ, ਸਿੱਖੀ ਇੱਕ ਪੰਥ ਹੈ। ਕਾਮਰੇਡ ਬਹੁਤ ਬੰਦੇ ਹੈ ਜਿਹੜੇ ਅੰਮ੍ਰਿਤਧਾਰੀ ਹੋ ਕੇ ਵੀ ਕਾਮਰੇਡ ਹੈ, ਪਰ ਉਹ ਦੱਸੋ ਤਾਂ ਸਰੀ ਉਹ ਨੁਕਸਾਨ ਕੀ ਕਰ ਰਿਹਾ? ਜਿਹੜੇ ਬੰਦੇ ਅੰਮ੍ਰਿਤਧਾਰੀ ਹੋ ਕੇ ਘਾਣ ਕਰ ਰਹੇ ਆ ਕੌਮ ਦਾ, ਤੇ ਉਹਨਾਂ ਨੂੰ ਤੁਸੀਂ ਕੁਝ ਕਹਿ ਹੀ ਨਹੀਂ ਰਹੇ। ਕਿੰਨੇ ਬੰਦੇ ਇਹੋ ਜਿਹੇ ਨੇ ਜਿਹੜੇ ਅੰਮ੍ਰਿਤਧਾਰੀ ਹੋ ਕੇ ਸਿੱਖ ਕੌਮ ਦਾ ਕਿੱਡਾ ਖਤਰਨਾਕ, ਉਹਨਾਂ ਨੇ ਸਭ ਤੋਂ ਵੱਡੇ ਤਾਂ ਬਾਦਲ ਬੈਠੇ 100 ਵੱਡੇ ਕਾਮਰੇਡ ਤਾਂ ਫੇ ਉਹ ਜੀ। ਉਹਨਾਂ ਨੂੰ ਜਿਨ੍ਹਾਂ ਨੂੰ ਕਹਿਣਾ ਚਾਹੀਦਾ ਉਹਨਾਂ ਨੂੰ ਕਹਿੰਦੇ ਨਹੀਂ ਬਾਈ ਜੀ। ਸਭ ਦੇਖੋ, ਸਭ ਡਾਂਗ ਵਾਲੇ ਤੋਂ ਡਰਦੇ ਆ, ਲੋਕਾਂ ਨੂੰ ਡਰ ਹੈ। ਤੇ ਜਿੰਨਾ ਚਿਰ ਇਹ ਡਰ ਮਨਾਂ ਚੋਂ ਨਹੀਂ ਨਿਕਲਦਾ, ਚਿੱਟਾ ਵੀ ਵਿਕੂਗਾ ਬਾਈ ਜੀ, ਬੱਚੇ ਵੀ ਬਾਹਰ ਜਾਣਗੇ। ਆਪਾਂ ਨੂੰ ਸਿਸਟਮ ਹੀ ਨਹੀਂ ਸਮਝ ਆ ਰਿਹਾ। ਆਪਾਂ ਨੂੰ ਤੇ 47 ਤੋਂ ਖਤਮ ਕਰਨ ਦੀਆਂ ਗੱਲਾਂ, ਉਦੋਂ ਤੋਂ ਪਲਾਂਟੇਸ਼ਨ ਚੱਲ ਰਹੀ ਹੈ ਸਿਸਟਮ ਨੂੰ ਖਤਮ ਕਰਨ ਦਾ ਜੀ। ਇਸ ਟਾਈਮ RSS ਦੀਆਂ ਲਗਭਗ 1200 ਜਥੇਬੰਦੀਆਂ ਪੰਜਾਬ 'ਚ ਕੰਮ ਕਰ ਰਹੀਆਂ, ਤੇ ਆਪਣੀ ਸਿੱਖ ਮੈਨੂੰ ਦੱਸੋ ਕਿਹੜੀ ਪ੍ਰਚਾਰ ਕਰ ਰਹੀ ਹੈ? ਕਿਹੜੇ ਕਹਿ ਰਹੇ ਆ ਵੀ ਤੁਸੀਂ ਜੁੜੋ? ਕਿਹੜੇ ਕਹਿ ਰਹੇ ਆ ਵੀ ਤੁਸੀਂ ਸਿੱਖ ਪੰਥ ਦੇ ਵਿੱਚ ਆਓ? ਆਪਾਂ ਕਰ ਕੁਛ ਨਹੀਂ ਰਹੇ, ਆਪਾਂ ਰੌਲਾ ਪਾਉਣ ਜੋਗੇ ਆ ਬਾਈ ਜੀ। ਜਦੋਂ ਆਪਾਂ ਐਕਚੁਅਲ ਦੇ ਵਿੱਚ ਗਰਾਊਂਡ ਵਰਕ ਸ਼ੁਰੂ ਕਰਤਾ, ਉਦੋਂ ਖਾਲਸੇ ਦਾ ਹਰੇਕ ਥਾਂ ਖਾਲਸਾ ਹੋ ਜਾਣੀ ਜੀ। ਬਹੁਤ ਬਹੁਤ ਧੰਨਵਾਦ ਬਾਈ ਜੀ। ਵਾਹਿਗੁਰੂ ਜੀ ਕਾ ਖਾਲਸਾ। ਸੋ ਇਹ ਗੁਰਮੀਤ ਸਿੰਘ ਗੁਰੀਵੀਰ ਸਾਡੇ ਨਾਲ ਜੁੜੇ ਸੀ, ਗੱਲਬਾਤ ਕੀਤੀ ਛੋਟੀ ਜੀ ਇਹਨਾਂ ਦੇ ਨਾਲ। ਤਾਂ ਪੰਜਾਬ ਦੇ ਨੌਜਵਾਨਾਂ ਨੂੰ ਸਮਝਣ ਦੀ ਲੋੜ ਹੈ ਇਸ ਟਾਈਮ, ਕਿਉਂਕਿ ਜਿੱਥੇ ਸਾਨੂੰ ਮਹਾਰਾਜ ਨੇ ਸ਼ਸਤਰ ਦਿੱਤੇ ਹੋਏ ਆ, ਉੱਥੇ ਅਸੀਂ ਜਿਹੜਾ ਆ ਆਪਣੀ ਅਕਲ ਦੇ ਨਾਲ, ਉੱਥੇ ਆਪਣੀ ਜਿਹੜੀ ਆ ਸੋਚ ਦੇ ਨਾਲ ਵੀ ਕੰਮ ਲੈਣਾ ਕਿ ਕੀ ਕੰਮ ਸਹੀ ਹੈ, ਕੀ ਕੰਮ ਗਲਤ ਆ। ਜੇ ਅਗਰ ਕਿਸੇ ਤੇ ਆਪਾਂ ਅਟੈਕ ਵੀ ਕਰਨਾ, ਕੀ ਉਹ ਪਲੈਨਡ ਤਾਂ ਨਹੀਂ ਹੈ, ਕੀ ਉਹ ਸਿਸਟਮ ਕਰਵਾਉਣਾ ਤਾਂ ਨਹੀਂ ਚਾਹੁੰਦਾ ਜਾਣ ਬੁੱਝ ਕੇ। ਇਹ ਚੀਜ਼ਾਂ ਸਾਨੂੰ ਸੋਚਣ ਸਮਝਣ ਦੀ ਲੋੜ ਆ, ਤਾਂ ਹੀ ਆਪਾਂ ਮੋਰਚੇ ਜਿਹੜੇ ਆ ਉਹ ਜਿੱਤ ਸਕਾਂਗੇ।